ਸਾਰਿਆਂ ਦਾ ਮੇਰੇ ਚੈਨਲ ਉੱਤੇ ਸਵਾਗਤ ਹੈ। ਅਸੀਂ ਇਸ ਚੈਨਲ ਉੱਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਰੌਚਕ ਤੱਥ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਅੱਜ ਅਸੀਂ ਜਮਾਤ 8ਵੀਂ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਅਧਿਆਇਆਂ ਦੇ ਮਿਲਾਨ ਕਰੋ ਦੇ ਭਾਗ 2 ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ। ਮਿਸ਼ਨ 100% ਇਹਨਾਂ ਮਿਲਾਨ ਵਿੱਚੋਂ ਹੀ ਮਿਲਾਨ ਪੇਪਰ ਵਿੱਚ ਆਉਣਗੇ। ਆਓ ਅੱਜ ਜਲਣ ਅਤੇ ਲਾਟ ਦੇ ਮਿਲਾਨ ਬਾਰੇ ਗੱਲਬਾਤ ਕਰਦੇ ਹਾਂ। ਇਸ ਅਧਿਆਇ ਦੇ ਮਿਲਾਨ ਵਿੱਚ ਪਹਿਲਾ ਮਿਲਾਨ LPG ਹੈ। LPG ਇੱਕ ਤੇਜ਼ ਜਲਣ ਵਾਲਾ ਵੱਧ ਕੈਲੋਰੀ ਊਰਜਾ ਵਾਲਾ ਪ੍ਰਦੂਸ਼ਣ ਰਹਿਤ ਬਾਲਣ ਹੈ ਜਿਸ ਦੀ ਵਰਤੋਂ ਰੋਜ਼ਾਨਾ ਜੀਵਨ ਵਿੱਚ ਰਸੋਈ ਵਿੱਚ ਗੱਡੀਆਂ ਕਾਰਾਂ ਵਿੱਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਮਿਲਾਨ ਦਾ ਉੱਤਰ ਤੇਜ਼ ਬਾਲਣ ਆਵੇਗਾ। ਦੂਜਾ ਮਿਲਾਨ ਕੈਲੋਰੀ ਮੁੱਲ ਇਹ ਊਰਜਾ ਨੂੰ ਮਾਪਣ ਦੀ ਇਕਾਈ ਹੈ ਜਿਸ ਨੂੰ ਅਸੀਂ ਕਿਲੋ ਜਾਊਲ ਪਰ ਕਿਲੋਗ੍ਰਾਮ ਵਿੱਚ ਮਾਪਦੇ ਹੈ। ਇਸ ਲਈ ਇਸ ਮਿਲਾਨ ਦਾ ਉੱਤਰ ਕਿਲੋ ਜਾਊਲ ਪਰ ਕਿਲੋਗ੍ਰਾਮ ਆਵੇਗਾ। ਤੀਜਾ ਮਿਲਾਨ ਅੱਗ ਬੁਝਾਉਣ ਵਾਲਾ ਆਪਣੇ ਰੋਜ਼ਾਨਾ ਜੀਵਨ ਵਿੱਚ ਬਹੁਤ ਵਾਰੀ ਅੱਗ ਲੱਗਣ ਦੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਉੱਪਰ ਕਾਬੂ ਪਾਉਣ ਲਈ ਅੱਗ ਬੁਝਾਉਣ ਵਾਲੇ ਯੰਤਰ ਵਰਤੇ ਜਾਂਦੇ ਹਨ ਜਿਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸ ਮਿਲਾਨ ਦਾ ਉੱਤਰ ਕਾਰਬਨ ਡਾਈਆਕਸਾਈਡ ਆਵੇਗਾ। ਚੌਥਾ ਮਿਲਾਨ ਸ਼ੀਸ਼ਾ ਇਹ ਗੈਰ ਜਲਾਉਣ ਯੋਗ ਪਦਾਰਥ ਹੈ ਇਸ ਲਈ ਇਸ ਮਿਲਾਨ ਦਾ ਉੱਤਰ ਗੈਰ ਜਲਾਉਣ ਯੋਗ ਆਵੇਗਾ। ਇਸ ਤਰ੍ਹਾਂ ਅਸੀਂ ਜਾਲਣ ਅਤੇ ਲਾਟ ਪਾਠ ਦੇ ਮਿਲਾਨ ਕਰੇ ਹਨ। ਹੁਣ ਅਸੀਂ ਅਗਲੇ ਪਾਠ ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਦੇ ਮਿਲਾਨ ਕਰਦੇ ਹਾਂ। ਪਹਿਲਾ ਮਿਲਾਨ ਪੰਜਾਬ ਦਾ ਰਾਜ ਪਸ਼ੂ। ਅਸੀਂ ਜਾਣਦੇ ਹਾਂ ਕਿ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ। ਇਸ ਲਈ ਇਸ ਸਵਾਲ ਦਾ ਉੱਤਰ ਕਾਲਾ ਹਿਰਨ ਆਵੇਗਾ। ਦੂਜਾ ਮਿਲਾਨ ਪੰਜਾਬ ਦੇ ਕੰਢੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਹੇਠਲੇ ਖੇਤਰਾਂ ਵਿੱਚ ਪਾਇਆ ਜਾਣ ਵਾਲਾ ਬੱਕਰੀ ਵਰਗਾ ਜੰਗਲੀ ਹਿਰਨ। ਇਸ ਮਿਲਾਨ ਵਿੱਚ ਬੱਕਰੀ ਵਰਗਾ ਜੰਗਲੀ ਹਿਰਨ ਜੋ ਕਿ ਕੰਢੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਹੇਠਲੇ ਖੇਤਰਾਂ ਵਿੱਚ ਮਿਲਦਾ ਹੈ ਦਾ ਨਾਮ ਪੁੱਛਿਆ ਗਿਆ ਹੈ। ਇਹਨਾਂ ਇਲਾਕਿਆਂ ਵਿੱਚ ਕੱਕੜ ਨਾਂ ਦਾ ਜਾਨਵਰ ਪਾਇਆ ਜਾਂਦਾ ਹੈ ਇਸ ਲਈ ਇਸ ਸਵਾਲ ਦਾ ਉੱਤਰ ਕੱਕੜ ਆਵੇਗਾ। ਤੀਜਾ ਮਿਲਾਨ ਅਜਿਹੀ ਕਿਤਾਬ ਜਿਸ ਵਿੱਚ ਜੀਵਾਂ ਦੀਆਂ ਖਤਰੇ ਦੀ ਕਗਾਰ ਵਾਲੀਆਂ ਪ੍ਰਜਾਤੀਆਂ ਦੇ ਵੇਰਵੇ ਹੁੰਦੇ ਹਨ। ਇਸ ਤਰ੍ਹਾਂ ਦੀ ਕਿਤਾਬ ਨੂੰ ਰੈੱਡ ਡਾਟਾ ਬੁੱਕ ਕਿਹਾ ਜਾਂਦਾ ਹੈ। ਇਸ ਲਈ ਇਸ ਸਵਾਲ ਦਾ ਜਵਾਬ ਰੈੱਡ ਡਾਟਾ ਬੁੱਕ ਆਵੇਗਾ। ਚੌਥਾ ਮਿਲਾਨ ਪੌਦਿਆਂ ਜੰਤੂਆਂ ਅਤੇ ਸੂਖਮ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੀ ਮੌਜੂਦਗੀ ਨੂੰ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ ਕਿਉਂਕਿ ਜੈਵਿਕ ਵਿਭਿੰਨਤਾ ਵਿੱਚ ਸਾਰੀਆਂ ਤਰ੍ਹਾਂ ਦੀਆਂ ਪ੍ਰਜਾਤੀਆਂ ਆਉਂਦੀਆਂ ਹਨ। ਇਸ ਸਵਾਲ ਦਾ ਜਵਾਬ ਜੈਵਿਕ ਵਿਭਿੰਨਤਾ ਆਵੇਗਾ। ਪੰਜਵਾਂ ਮਿਲਾਨ ਉਹ ਜੀਵ ਜਾਂ ਪ੍ਰਜਾਤੀਆਂ ਜੋ ਪੂਰੀ ਤਰ੍ਹਾਂ ਖਤਮ ਹਨ ਉਹਨਾਂ ਨੂੰ ਆਲੋਪ ਹੋ ਚੁੱਕੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਪਾਠ ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਦੇ ਮਿਲਾਨ ਕਰੇ ਹਨ। ਹੁਣ ਅਗਲਾ ਪਾਠ ਜੰਤੂਆਂ ਵਿੱਚ ਪ੍ਰਜਨਨ ਦੇ ਮਿਲਾਨ ਕਰਦੇ ਹਾਂ। ਪਹਿਲਾ ਮਿਲਾਨ ਆਪਣੇ ਵਰਗੇ ਹੋਰ ਜੀਵ ਪੈਦਾ ਕਰਨ ਦੀ ਪ੍ਰਕਿਰਿਆ। ਇਹ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਜੀਵ ਜੰਤੂ ਆਪਣਾ ਵੰਸ਼ ਅੱਗੇ ਵਧਾਉਂਦੇ ਹਨ ਜਿਸ ਨੂੰ ਪ੍ਰਜਨਨ ਕਿਹਾ ਜਾਂਦਾ ਹੈ। ਇਸ ਲਈ ਇਸ ਸਵਾਲ ਦਾ ਉੱਤਰ ਪ੍ਰਜਨਨ ਆਵੇਗਾ। ਦੂਜਾ ਮਿਲਾਨ ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਨੂੰ ਕਲੀਆਂ ਰਾਹੀਂ ਪ੍ਰਜਨਨ ਵਿਧੀ ਕਿਹਾ ਜਾਂਦਾ ਹੈ। ਇਸ ਲਈ ਇਸ ਸਵਾਲ ਦਾ ਜਵਾਬ ਕਲੀਆਂ ਰਾਹੀਂ ਪ੍ਰਜਨਨ ਵਿਧੀ ਆਵੇਗਾ। ਤੀਜਾ ਮਿਲਾਨ ਇਸ ਦੀ ਨਿਸ਼ੇਚਨ ਕਿਰਿਆ ਪਾਣੀ ਵਿੱਚ ਹੁੰਦੀ ਹੈ। ਨਿਸ਼ੇਚਨ ਕਿਰਿਆ ਉਹ ਕਿਰਿਆ ਹੈ ਜਿਸ ਰਾਹੀਂ ਯੁਗਮਜ ਬਣਦੇ ਹਨ। ਡੱਡੂ ਦੀ ਪ੍ਰਜਨਨ ਕਿਰਿਆ ਲਈ ਨਿਸ਼ੇਚਨ ਕਿਰਿਆ ਪਾਣੀ ਵਿੱਚ ਹੁੰਦੀ ਹੈ ਇਸ ਲਈ ਇਸ ਸਵਾਲ ਦਾ ਜਵਾਬ ਡੱਡੂ ਆਵੇਗਾ। ਚੌਥਾ ਮਿਲਾਨ ਅੰਡੇ ਦੇਣ ਵਾਲੇ ਜੰਤੂ। ਪ੍ਰਜਨਨ ਪ੍ਰਣਾਲੀ ਦੋ ਤਰ੍ਹਾਂ ਨਾਲ ਲਿੰਗੀ ਕਿਰਿਆ ਰਾਹੀਂ ਹੁੰਦੀ ਹੈ, ਅੰਡੇ ਦੇਣ ਨਾਲ ਅਤੇ ਦੂਜਾ ਬੱਚਾ ਪੈਦਾ ਕਰਨ ਨਾਲ। ਅਸੀਂ ਜਾਣਦੇ ਹਾਂ ਕਿ ਅੰਡੇ ਦੇਣ ਵਾਲੇ ਜੰਤੂਆਂ ਨੂੰ ਅੰਡਸ ਕਿਹਾ ਜਾਂਦਾ ਹੈ ਇਸ ਲਈ ਇਸ ਸਵਾਲ ਦਾ ਜਵਾਬ ਅੰਡਸ ਆਵੇਗਾ। ਪੰਜਵਾਂ ਸਵਾਲ ਸ਼ੁਕਰਾਣੂ ਅਤੇ ਅੰਡਾ ਮਿਲ ਕੇ ਬਣਾਉਂਦੇ ਹਨ। ਪ੍ਰਜਨਨ ਪ੍ਰਣਾਲੀ ਲਈ ਸ਼ੁਕਰਾਣੂ ਅਤੇ ਅੰਡਾ ਮੇਨ ਭੂਮਿਕਾ ਨਿਭਾਉਂਦੇ ਹਨ। ਇਹਨਾਂ ਬਿਨਾਂ ਲਿੰਗੀ ਪ੍ਰਜਨਨ ਪ੍ਰਣਾਲੀ ਸੰਭਵ ਨਹੀਂ ਹੈ। ਸ਼ੁਕਰਾਣੂ ਅਤੇ ਅੰਡਾ ਮਿਲ ਕੇ ਯੁਗਮਜ ਬਣਾਉਂਦੇ ਹਨ ਜੋ ਬਾਅਦ ਵਿੱਚ ਬੱਚੇ ਦਾ ਰੂਪ ਧਾਰਨ ਕਰਦਾ ਹੈ। ਇਸ ਲਈ ਇਸ ਸਵਾਲ ਦਾ ਉੱਤਰ ਯੁਗਮਜ ਆਵੇਗਾ। ਹੁਣ ਅਗਲਾ ਪਾਠ ਕਿਸ਼ੋਰ ਅਵਸਥਾ ਵੱਲ ਦੇ ਮਿਲਾਨ ਕਰਦੇ ਹਾਂ। ਲੁਬਾ ਗ੍ਰੰਥੀ ਇਹ ਅੰਗ ਅਤੇ ਗ੍ਰੰਥੀ ਦੀ ਤਰ੍ਹਾਂ ਕੰਮ ਕਰਦੀ ਹੈ। ਲੁਬਾ ਗ੍ਰੰਥੀ ਦੋ ਮੁੱਖ ਕਾਰਜ ਕਰਦਾ ਹੈ। ਇਹ ਐਨਜ਼ਾਈਮ ਪੈਦਾ ਕਰਦਾ ਹੈ ਜੋ ਪਾਚਨ ਵਿੱਚ ਮਦਦ ਕਰਦਾ ਹੈ। ਦੂਜਾ ਕੰਮ ਹਾਰਮੋਨ ਭੇਜਦਾ ਹੈ ਜੋ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਸ਼ੂਗਰ ਦੀ ਮਾਤਰਾ ਨੂੰ ਨਿਯੰਤਰਿਤ ਕਰਦੇ ਹਨ। ਇਹ ਹਾਰਮੋਨ ਜੋ ਪੈਦਾ ਹੁੰਦਾ ਹੈ ਉਸ ਨੂੰ ਇਨਸੂਲਿਨ ਕਹਿੰਦੇ ਹਨ। ਇਸ ਤਰ੍ਹਾਂ ਇਸ ਮਿਲਾਨ ਦਾ ਉੱਤਰ ਇਨਸੂਲਿਨ ਆਵੇਗਾ। ਦੂਜਾ ਮਿਲਾਨ ਥਾਇਰਾਇਡ ਗ੍ਰੰਥੀ। ਥਾਇਰਾਇਡ ਇੱਕ ਗ੍ਰੰਥੀ ਦਾ ਨਾਂ ਹੈ ਜੋ ਸਾਡੇ ਗਲੇ ਵਿੱਚ ਹੁੰਦੀ ਹੈ।
ਇਸ ਵਿੱਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਹਨ ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਵਿੱਚ ਸਹਾਈ ਹੁੰਦੇ ਹਨ। ਜਦੋਂ ਇਹ ਹਾਰਮੋਨ ਅਸੰਤੁਲਿਤ ਰੂਪ ਵਿੱਚ ਪੈਦਾ ਹੁੰਦੇ ਹਨ ਤਾਂ ਉਦੋਂ ਥਾਇਰਾਇਡ ਰੋਗ ਜਨਮ ਲੈਂਦਾ ਹੈ। ਇਸ ਤਰ੍ਹਾਂ ਕਈ ਸਰੀਰ ਨੂੰ ਨੁਕਸਾਨ ਹੁੰਦੇ ਹਨ, ਜਿਵੇਂ ਇਹ ਰੋਗ ਔਰਤਾਂ ਵਿੱਚ ਵਾਰ-ਵਾਰ ਗਰਭਪਾਤ ਅਤੇ ਬਾਂਝਪਣ ਦਾ ਪ੍ਰਮੁੱਖ ਕਾਰਨ ਹੈ। ਮਰਦਾਂ ਵਿੱਚ ਨਾਮਰਦੀ ਅਤੇ ਸੈਕਸ ਦੀ ਇੱਛਾ ਖਤਮ ਹੋਣ ਤੱਕ ਦੀ ਨੌਬਤ ਆ ਸਕਦੀ ਹੈ। ਰੋਗ ਦਾ ਸਮੇਂ ਸਿਰ ਇਲਾਜ ਨਾਲ ਕੀਤਾ ਜਾਵੇ ਤਾਂ ਹੱਡੀਆਂ ਪੁਰਨ ਲੱਗ ਜਾਂਦੀਆਂ ਹਨ। ਕਈ ਹਾਲਤਾਂ ਵਿੱਚ ਗਲਾ ਸੁੱਜ ਜਾਂਦਾ ਹੈ ਜਾਂ ਕਿਸੇ ਰਸੌਲੀ ਵਰਗੀ ਗੰਧ ਗਲੇ ਵਿੱਚ ਬਣ ਜਾਂਦੀ ਹੈ, ਜਿਸ ਨੂੰ ਗਿੱਲਣ ਰੋਗ ਕਿਹਾ ਜਾਂਦਾ ਹੈ, ਜਿਸ ਵਿੱਚ ਉਪਰੋਕਤ ਲੱਛਣਾਂ ਤੋਂ ਇਲਾਵਾ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਹਨ। ਇਸ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ। ਇਸ ਤਰ੍ਹਾਂ ਇਸ ਮਿਲਾਨ ਦਾ ਉੱਤਰ ਗਿੱਲਣ ਰੋਗ ਆਵੇਗਾ। ਤੀਜਾ ਮਿਲਾਨ ਪਤਾਲੂ। ਇਹ ਪ੍ਰਜਨਨ ਪ੍ਰਣਾਲੀ ਲਈ ਮਰਦਾਂ ਵਿੱਚ ਪਾਇਆ ਜਾਣ ਵਾਲਾ ਅੰਗ ਹੈ, ਜਿਸ ਦੇ ਅੰਦਰ ਸ਼ੁਕਰਾਣੂ ਪੈਦਾ ਹੁੰਦੇ ਹਨ। ਇਹਨਾਂ ਵਿੱਚ ਟੈਸਟੋਸਟੀਰੋਨ ਨਾਂ ਦੇ ਹਾਰਮੋਨ ਪੈਦਾ ਹੁੰਦੇ ਹਨ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਟੈਸਟੋਸਟੀਰੋਨ ਆਵੇਗਾ। ਚੌਥਾ ਮਿਲਾਨ ਪਿਊਸ਼ ਜਾਂ ਪਿਚੂਟਰੀ ਗ੍ਰੰਥੀ। ਪਿਟਿਊਟਰੀ ਗਲੈਂਡ ਤੋਂ ਪੈਦਾ ਹਾਰਮੋਨ ਵਿਕਾਸ, ਬਲੱਡ ਪ੍ਰੈਸ਼ਰ, ਊਰਜਾ ਪ੍ਰਬੰਧਨ, ਜਿਨਸੀ ਅੰਗਾਂ ਦੇ ਸਾਰੇ ਕਾਰਜਾਂ, ਥਾਇਰਾਇਡ ਗ੍ਰੰਥੀਆਂ, ਮੈਟਾਬੋਲਿਜ਼ਮ ਅਤੇ ਨਾਲ ਹੀ ਗਰਭ ਅਵਸਥਾ ਦੇ ਕੁਝ ਪਹਿਲੂਆਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਪਿਚੂਟਰੀ ਗ੍ਰੰਥੀ ਵਿਕਾਸ ਵਾਧਾ ਨਾਲ ਸੰਬੰਧਿਤ ਹੈ। ਪੰਜਵਾਂ ਮਿਲਾਨ ਅੰਡਕੋਸ਼। ਮਨੁੱਖੀ ਮਹਿਲਾ ਪ੍ਰਜਨਨ ਅੰਗਾਂ ਦੀ ਖੂਨ ਦੀ ਸਪਲਾਈ ਖੱਬੀ ਅੰਡਕੋਸ਼ ਅੰਡੇ ਵਰਗੀ ਸ਼ਕਲ ਦੀ ਬਣਤਰ ਦਾ ਹੈ, ਜੋ ਲੇਬਰ ਅੰਡਕੋਸ਼ ਦੀਆਂ ਧਮਨੀਆਂ ਤੋਂ ਉੱਪਰ ਦਿਸਦਾ ਹੈ। ਅੰਡਕੋਸ਼ ਬੱਚੇਦਾਨੀ ਦੇ ਦੋਵੇਂ ਪਾਸੇ ਗ੍ਰੰਥੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅੰਡਕੋਸ਼ ਕਿਹਾ ਜਾਂਦਾ ਹੈ। ਇਸ ਮਹਿਲਾ ਪ੍ਰਜਨਨ ਪ੍ਰਣਾਲੀ ਦਾ ਭਾਗ ਹੈ। ਇਸ ਦਾ ਆਕਾਰ ਬਾਦਾਮ ਦੀ ਤਰ੍ਹਾਂ ਹੁੰਦਾ ਹੈ। ਇਹਨਾਂ ਦਾ ਮੁੱਖ ਕੰਮ ਮਹਿਲਾ ਹਾਰਮੋਨ ਐਸਟ੍ਰੋਜਨ ਪੈਦਾ ਕਰਨਾ, ਦੂਸਰਾ ਇਸ ਵਿੱਚੋਂ ਅੰਡਾ ਪੈਦਾ ਹੁੰਦਾ ਹੈ। ਅੰਡਾਕੋਸ਼ 'ਚ ਅੰਡਾ ਪੈਦਾ ਹੋਣ ਨਾਲ ਮਾਹਵਾਰੀ ਚੱਕਰ ਚੱਲਣ ਵਿੱਚ ਉਪਜਾਊ ਸ਼ਕਤੀਆਂ ਵਜੋਂ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਇਸ ਮਿਲਾਨ ਦਾ ਉੱਤਰ ਐਸਟ੍ਰੋਜਨ ਆਵੇਗਾ। ਹੁਣ ਅਸੀਂ ਆਪਣੇ ਅਗਲੇ ਪਾਠ ਬਲ ਅਤੇ ਦਬਾਅ ਦੇ ਮਿਲਾਨ ਕਰਦੇ ਹਾਂ। ਪਹਿਲਾ ਮਿਲਾਨ ਦਬਾਅ। ਦਬਾਅ ਪ੍ਰਤੀ ਇਕਾਈ ਖੇਤਰਫਲ ਤੇ ਲੱਗਣ ਵਾਲਾ ਬਲ ਹੁੰਦਾ ਹੈ। ਇਸ ਤਰ੍ਹਾਂ ਦਬਾਅ ਦਾ ਫਾਰਮੂਲਾ ਬਲ ਬਾਏ ਖੇਤਰਫਲ ਆਵੇਗਾ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਮਿਲਾਨ ਨੰਬਰ 3 ਬਲ ਬਾਏ ਖੇਤਰਫਲ ਆਵੇਗਾ। ਦੂਜਾ ਮਿਲਾਨ ਗੁਰੂਤਾਕਰਸ਼ਣ ਬਲ। ਗੁਰੂਤਾਕਰਸ਼ਣ ਦਾ ਸਰਵਵਿਆਪੀ ਨਿਯਮ ਦੱਸਦਾ ਹੈ ਬ੍ਰਹਿਮੰਡ ਵਿੱਚ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ, ਜਿਹੜਾ ਉਹਨਾਂ ਦੇ ਪੁੰਜਾਨ ਦੇ ਗੁਣਨਫਲ ਦਾ ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ ਸਦਾ ਹੀ ਉਹਨਾਂ ਦੋਵਾਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ। ਇਹ ਬਲ ਬਿਨਾਂ ਵਸਤੂਆਂ ਦੇ ਸੰਪਰਕ ਵਿੱਚ ਆਏ ਹੋਏ ਲੱਗਦਾ ਹੈ। ਇਸ ਨੂੰ ਅਸੀਂ ਗੈਰ ਸੰਪਰਕ ਬਲ ਵੀ ਕਹਿੰਦੇ ਹਾਂ। ਇਸ ਤਰ੍ਹਾਂ ਇਸ ਸਵਾਲ ਦਾ ਉੱਤਰ ਗੈਰ ਸੰਪਰਕ ਬਲ ਆਵੇਗਾ। ਤੀਜਾ ਮਿਲਾਨ ਵਾਯੂਮੰਡਲੀ ਦਬਾਅ। ਵਾਯੂਮੰਡਲੀ ਦਬਾਅ ਧਰਤੀ ਚਾਰੇ ਪਾਸੇ ਹਵਾ ਦੇ ਇੱਕ ਗਲਾਫ ਨਾਲ ਢੱਕੀ ਹੋਈ ਹੈ, ਜਿਸ ਨੂੰ ਵਾਯੂਮੰਡਲ ਕਹਿੰਦੇ ਹਨ। ਹਵਾ ਆਪਣੇ ਭਾਰ ਕਾਰਨ ਧਰਤੀ ਤੇ ਬਲ ਲਗਾਉਂਦੀ ਹੈ, ਜਿਸ ਦੇ ਨਤੀਜੇ ਵਜੋਂ ਧਰਤੀ ਦੀ ਹਰੇਕ ਵਸਤੂ ਸਮਾਨ ਦਬਾਅ ਹੇਠ ਹੁੰਦੀ ਹੈ ਅਤੇ ਹਵਾ ਇਹਨਾਂ ਵਸਤੂਆਂ ਦੇ ਹਵਾ ਦੇ ਭਾਰ ਨਾਲ ਇਕਾਈ ਖੇਤਰਫਲ ਨੂੰ ਪ੍ਰਭਾਵਿਤ ਕਰਦੀ ਹੈ। ਧਰਤੀ ਦੇ ਕਿਸੇ ਬਿੰਦੂ ਦੇ ਦਬਾਅ ਦਾ ਬਣਨਾ ਉਸ ਬਿੰਦੂ ਦਾ ਵਾਯੂਮੰਡਲ ਦਬਾਅ ਹੁੰਦਾ ਹੈ। ਇਸ ਦਬਾਅ ਦੀ ਮਦਦ ਨਾਲ ਅਸੀਂ ਡਰਾਪਰ ਦੀ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਇਸ ਮਿਲਾਨ ਦਾ ਉੱਤਰ ਡਰਾਪਰ ਦੀ ਵਰਤੋਂ ਆਵੇਗਾ। ਚੌਥਾ ਮਿਲਾਨ ਬਲ। ਬਲ ਦਾ ਮਤਲਬ ਕਿਸੇ ਵਸਤੂ ਨੂੰ ਖਿੱਚਣਾ ਜਾਂ ਧੱਕਣਾ ਹੁੰਦਾ ਹੈ। ਪੰਜਵਾਂ ਮਿਲਾਨ ਰਗੜ ਬਲ। ਰਗੜ ਜਾਂ ਖਹਿ ਜਾਂ ਕਸਰ ਉਹ ਜ਼ੋਰ ਹੁੰਦਾ ਹੈ ਜੋ ਠੋਸ ਤਲਿਆਨ, ਤਰਲ ਪਰਤਾਂ ਅਤੇ ਮਾਦੀ ਤੱਤਾਂ ਨੂੰ ਇੱਕ ਦੂਜੇ ਉੱਤੇ ਖਿਸਕਣ ਤੋਂ ਰੋਕਦਾ ਹੈ। ਇਹ ਸੰਪਰਕ ਬਲ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਵੀ ਵਸਤੂ ਦੀ ਗਤੀ ਨੂੰ ਤੇਜ਼ ਤੋਂ ਹੌਲੀ ਕਰਨ ਵਿੱਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਵਸਤੂ ਦੀ ਗਤੀ ਨੂੰ ਰੋਕਦਾ ਆਵੇਗਾ। ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ